ਕੰਟਰੈਕਟ ਕੀ ਹੁੰਦਾ ਜੀ? ਕੰਟਰੈਕਟ ਜੇ ਦੋ ਬੰਦੇ ਮਿਲ ਕੇ ਇੱਕ ਚੀਜ਼ ਦੀ ਸਹਿਮਤੀ ਦੇ ਕੇ ਆਪਸ ਵਿੱਚ ਆਫਰ ਤੇ ਐਕਸੈਪਟੈਂਸ ਦੇ ਨਾਲ ਕਿਸੇ ਚੀਜ਼ ਨੂੰ ਕੰਮ ਕਰਨ ਨੂੰ ਕੁਛ ਆਪਸ 'ਚ ਐਗਰੀਮੈਂਟ ਕਰਦੇ ਆ, ਉਹ ਕੰਟਰੈਕਟ ਹੁੰਦਾ। ਤੇ ਉਸ ਕੰਟਰੈਕਟ ਦੀ ਜਿਹੜੀ ਕਾਸਟ ਹੁੰਦੀ ਆ ਉਹਨੂੰ ਬੋਲਦੇ ਕੰਟਰੈਕਟ ਕਾਸਟ। ਉਸ ਨੂੰ ਰਿਕਾਰਡ ਕਰਨ ਨੂੰ ਆਪਾਂ ਕੀ ਬੋਲਾਂਗੇ? ਕੰਟਰੈਕਟ ਕਾਸਟਿੰਗ ਬੋਲਾਂਗੇ। ਉਸ ਨੂੰ ਆਪਾਂ ਰਿਕਾਰਡ ਕਰਨ ਨੂੰ ਕੀ ਬੋਲਾਂਗੇ? ਕੰਟਰੈਕਟ ਕਾਸਟਿੰਗ ਬੋਲਾਂਗੇ। ਸਮਝ ਗਏ ਪੁਆਇੰਟ? ਅੱਛਾ ਜੀ, ਤੇ ਮੇਨ ਫੀਚਰ ਕੀ ਹੁੰਦੇ ਆ? ਕੰਟਰੈਕਟ ਹਮੇਸ਼ਾ ਸਾਈਟ 'ਤੇ ਜਾ ਕੇ ਪਰਫਾਰਮ ਹੁੰਦਾ। ਜਿਸ ਵੀ ਜਗ੍ਹਾ ਲਈ ਆਪਾਂ ਕੰਟਰੈਕਟ ਕੀਤਾ ਵਾ ਉਸ ਸਾਈਟ 'ਤੇ ਜਾ ਕੇ ਆਪਾਂ ਕੰਟਰੈਕਟ ਨੂੰ ਪਰਫਾਰਮ ਕਰੇਗਾ ਕੰਟਰੈਕਟਰ ਜਾਂ ਐਗਜ਼ੀਕਿਊਟਰ। ਜਿਵੇਂ ਕਿ ਮੈਂ ਤੁਹਾਡੇ ਨਾਲ ਕੋਈ ਕੰਟਰੈਕਟ ਕਰਦਾ ਵਾਂ ਸੜਕ ਬਣਾਉਣ ਦਾ, ਤੁਸੀਂ ਮੈਨੂੰ ਸੜਕ ਬਣਾਉਣ ਲਈ ਕੰਟਰੈਕਟ ਦਿੱਤਾ, ਅਤੇ ਮੈਂ ਸੜਕ ਜਿੱਥੇ ਸੜਕ ਬਣਨੀ ਉੱਥੇ ਆ ਕੇ ਬਣਾਵਾਂਗਾ, ਘਰੇ ਥੋੜ੍ਹੀ ਬਣਾ ਲਾਂਗਾ। ਇਸ ਤਰੀਕੇ ਦੇ ਨਾਲ ਸੋ ਕੰਟਰੈਕਟ ਲਾਰਜ ਸਾਈਜ਼ ਦੀ ਜੋਬ ਨੂੰ ਆਪਾਂ ਬੋਲ ਦਿੰਦੇ ਹਾਂ, ਠੀਕ ਹੈ। ਜਿਹੜੀਆਂ ਛੋਟੀਆਂ ਜੋਬਸ ਹੁੰਦੀਆਂ ਉਹ ਫੈਕਟਰੀ ਦੇ ਵਿੱਚ ਹੀ ਪਰਫਾਰਮ ਕੀਤੀਆਂ ਜਾਂਦੀਆਂ, ਉਸ ਨੂੰ ਆਪਾਂ ਜੋਬ ਬੋਲ ਦਿੰਦੇ ਹਾਂ। ਜੋਬ ਅਤੇ ਕੰਟਰੈਕਟ 'ਚ ਫਰਕ ਕੀ ਹੁੰਦਾ ਵਾ? ਜੋਬ ਵਿੱਚ ਅਸੀਂ ਕੰਮ ਤਾਂ ਵੱਖਰਾ ਹੀ ਕਰਦੇ ਹਾਂ, ਜੋ ਸਾਡਾ ਸਾਹਮਣੇ ਵਾਲਾ ਪਰਸਨ ਚਾਹੁੰਦਾ ਵਾ, ਐਗਜ਼ੀਕਿਊਟਰੀ ਚਾਹੁੰਦਾ ਵਾ, ਜਾਂ ਕਹਿ ਲਓ ਕੰਟਰੈਕਟੀ ਚਾਹੁੰਦਾ ਵਾ। ਜੋ ਕੰਟਰੈਕਟੀ ਚਾਹੁੰਦਾ ਅਸੀਂ ਕੰਮ ਤਾਂ ਉਹੀ ਕਰਦੇ ਹਾਂ, ਪਰ ਅਸੀਂ ਵਿਦਨ ਦਾ ਸਾਈਟ ਕਰਦੇ ਹਾਂ। ਅਤੇ ਜਿਹੜਾ ਹੁੰਦਾ ਕੰਟਰੈਕਟ ਦੇ ਵਿੱਚ ਜੋ ਕੰਟਰੈਕਟੀ ਚਾਹੁੰਦੇ ਆ ਕੰਮ ਤਾਂ ਉਹੀ ਕੀਤਾ ਜਾਂਦਾ, ਪਰ ਕੀਤਾ ਕਿੱਥੇ ਜਾਂਦਾ? ਜਾ ਕੇ ਸਾਈਟ 'ਤੇ ਕੀਤਾ ਜਾਂਦਾ, ਜਿਸ ਜਗ੍ਹਾ 'ਤੇ ਕੰਟਰੈਕਟ ਪਰਫਾਰਮ ਕਰਨਾ ਹੁੰਦਾ ਵਾ, ਠੀਕ ਹੈ ਨਾ। ਜੇ ਸੜਕ ਬਣਾਉਣੀ ਜਾਂ ਬ੍ਰਿਜ ਬਣਾਉਣਾ, ਤਾਂ ਬ੍ਰਿਜ ਦੇ ਸੜਕ ਆਪਾਂ ਉੱਥੇ ਬਣਾਵਾਂਗੇ ਨਾ ਜਿੱਥੇ ਬ੍ਰਿਜ ਬਣਨਾ, ਆਪਾਂ ਘਰੇ ਥੋੜ੍ਹੀ ਬ੍ਰਿਜ ਬਣਾਵਾਂਗੇ, ਠੀਕ ਹੈ। ਸੋ ਇਸ ਤਰੀਕੇ ਨਾਲ ਆਪਾਂ ਉਹਨੂੰ ਬੋਲ ਦਿੰਦੇ ਹਾਂ। ਅੱਛਾ, ਨੈਕਸਟ ਇਹਦੇ ਵਿੱਚ ਕੀ ਹੈਗਾ ਜੀ? ਇਸ ਚੈਪਟਰ ਵਿੱਚ ਨੈਕਸਟ ਕੀ ਹੈਗਾ? ਨੈਕਸਟ ਪੜ੍ਹਦੇ ਆਪਾਂ। ਅੱਛਾ, ਇਸ 'ਚ ਨੈਕਸਟ ਹੈਗਾ ਸੋ ਕੰਟਰੈਕਟ ਦਾ ਕਾਸਟਿੰਗ ਪ੍ਰੋਸੀਜਰ ਹੈਗੇ ਆ। ਅੱਛਾ, ਸਭ ਤੋਂ ਪਹਿਲਾਂ ਇਹ ਕੰਟਰੈਕਟ, ਇਹਦੇ ਵਿੱਚ ਜਿੰਨੇ ਵੀ ਕੰਟਰੈਕਟ ਹੋਣਗੇ ਹਰੇਕ ਕੰਟਰੈਕਟ ਦਾ ਇੱਕ ਵੱਖਰਾ ਅਕਾਊਂਟ ਹੋਏਗਾ। ਜਿਵੇਂ ਕੰਟਰੈਕਟ ਨੰਬਰ 4, ਜੇ ਤੁਸੀਂ ਕੰਟਰੈਕਟ ਇੱਕ ਤੋਂ ਵੱਧ ਕੀਤੇ ਆ ਤਾਂ ਕੰਟਰੈਕਟ ਨੰਬਰ 5, 6, 7 ਇਸੇ ਤਰੀਕੇ ਨਾਲ ਪਰਫਾਰਮ ਕੀਤੇ ਜਾਣਗੇ। ਅਤੇ ਕੰਟਰੈਕਟ ਹਮੇਸ਼ਾ ਕਿਸ ਨੂੰ ਫੋਲੋ ਕਰਦਾ? ਮੈਚਿੰਗ ਕਨਸੈਪਟ ਨੂੰ। ਕੰਟਰੈਕਟ ਅਕਾਊਂਟ ਜਿਹੜਾ ਹੁੰਦਾ ਵਾ ਮੈਚਿੰਗ ਕਨਸੈਪਟ ਨੂੰ ਫੋਲੋ ਕਰਦਾ, ਅਤੇ ਇਸ ਦੀ ਨੇਚਰ ਕਿਹੜੀ ਹੁੰਦੀ ਹੈ? ਨੋਮੀਨਲ। ਕਿਸ ਦੀ ਨੇਚਰ ਹੁੰਦੀ ਹੈ? ਨੋਮੀਨਲ, ਠੀਕ ਹੈ ਨਾ। ਮੈਚਿੰਗ ਕਨਸੈਪਟ ਮੀਨਸ ਜਿਹੜਾ ਇਸ ਸਾਲ ਨਾਲ ਰਿਲੇਟਡ ਖਰਚਾ ਉਹੀ ਪਾਵਾਂਗੇ, ਅਗਲੇ ਪਿਛਲੇ ਸਾਲ ਦਾ ਖਰਚਾ ਵਿੱਚੋਂ ਮਾਈਨਸ ਆਪਾਂ ਕਰ ਦਾਂਗੇ। ਨੋਮੀਨਲ ਨੇਚਰ ਦਾ ਹੁੰਦਾ ਕੰਟਰੈਕਟ ਅਕਾਊਂਟ, ਠੀਕ ਹੈ ਨਾ। ਨੋਮੀਨਲ ਦਾ ਕੀ ਰੂਲ ਹੁੰਦਾ? ਡੈਬਿਟ ਆਲ ਦਾ ਐਕਸਪੈਂਸਿਸ ਐਂਡ ਲਾਸਿਸ, ਕ੍ਰੈਡਿਟ ਆਲ ਦਾ ਇਨਕਮ ਐਂਡ ਗੇਨਸ। ਜਿੰਨੇ ਵੀ ਗੇਨਸ ਅਤੇ ਇਨਕਮ ਹੋਣਗੀਆਂ ਆਪਾਂ ਉਹਨੂੰ ਕ੍ਰੈਡਿਟ ਕਰਾਂਗੇ। ਵੇਖੋ, ਜਿਵੇਂ ਜੋ ਕੰਟਰੈਕਟ ਤੋਂ ਸਾਨੂੰ ਫਾਇਦਾ ਹੋਏਗਾ, ਜਿੱਥੋਂ ਕੰਟਰੈਕਟ ਤੋਂ ਇਨਕਮ ਹੋਏਗੀ ਆਪਾਂ ਉਹਦੀ ਕ੍ਰੈਡਿਟ ਸਾਈਡ 'ਤੇ ਲਿਖਾਂਗੇ, ਅਤੇ ਖਰਚੇ ਨੂੰ ਆਪਾਂ ਕੰਟਰੈਕਟ ਦੀ ਡੈਬਿਟ ਸਾਈਡ 'ਤੇ ਲਿਖਾਂਗੇ। ਜਿਵੇਂ ਕਿ ਮਟੀਰੀਅਲ ਰਿਟਰਨ ਕੀਤਾ ਵਾ, ਠੀਕ ਹੈ ਨਾ, ਕੁਛ ਅਦਰ ਕੰਟਰੈਕਟ ਨੂੰ ਭੇਜ ਦਿੱਤਾ ਵਾ ਉਹ, ਠੀਕ ਹੈ ਨਾ। ਜਾਂ ਕੰਟਰੈਕਟ ਤੋਂ ਸਾਨੂੰ ਕੋਈ ਮਤਲਬ ਕਿ ਕੰਟਰੈਕਟ ਦਾ ਸਭ ਤੋਂ ਮੇਨ ਜਿਹੜਾ ਇਨਕਮ ਹੈਗੀ ਕੰਟਰੈਕਟ ਦਾ ਪ੍ਰਾਈਸ, ਠੀਕ ਹੈ ਨਾ। ਅਤੇ ਕੰਟਰੈਕਟ ਦੋ ਤਰੀਕੇ ਦੇ ਹੁੰਦੇ ਆ। ਇੱਕ ਦੇ ਕੰਟਰੈਕਟ ਮੰਨ ਲਓ ਪੂਰਾ ਹੋ ਗਿਆ ਸਮੇਂ ਦੇ ਨਾਲ, ਜਿੱਦਾਂ ਕਿ ਇੱਕ 6 ਮਹੀਨੇ ਕੰਟਰੈਕਟ 6 ਮਹੀਨੇ ਪੂਰਾ ਕਰ ਦਿੱਤਾ। ਕਈ ਕੰਟਰੈਕਟ ਹੁੰਦੇ ਆ 5-5 ਸਾਲ ਚੱਲ ਜਾਂਦੇ ਆ, ਜਿਵੇਂ ਰੋਡ ਬਣਾਉਣ ਲੱਗਾ 2-2, 3-3 ਸਾਲ ਲੱਗ ਜਾਂਦੇ। ਉਹਨਾਂ ਕੰਟਰੈਕਟ ਵਿੱਚ ਜਿੰਨਾ ਕੰਟਰੈਕਟ ਪੂਰਾ ਹੋ ਗਿਆ, ਬਾਕੀ ਬਾਕੀ ਜਿਹੜਾ ਅਗਲੇ ਸਾਲ ਦਾ ਕੰਮ ਆ ਉਸ ਨੂੰ ਆਪਾਂ ਵਰਕ ਇਨ ਪ੍ਰੋਗਰੈਸ ਦੇ ਵਿੱਚ ਪਾ ਦਿੰਦੇ ਹਾਂ ਇਸ ਤਰੀਕੇ ਨਾਲ। ਇਸ ਲਈ ਬਾਈ ਵਰਕ ਇਨ ਪ੍ਰੋਗਰੈਸ ਅਕਾਊਂਟ ਵੀ ਬਣਾਇਆ ਗਿਆ ਜੇਕਰ ਕੰਟਰੈਕਟ ਪੂਰਾ ਨਾ ਹੋਇਆ। ਜੇ ਤਾਂ ਕੰਟਰੈਕਟ ਪੂਰਾ ਹੋ ਗਿਆ ਤਾਂ ਆਪਾਂ ਕੰਟਰੈਕਟ ਦਾ ਪ੍ਰਾਈਸ ਲਿਖ ਦਈਦਾ ਕ੍ਰੈਡਿਟ ਸਾਈਡ 'ਤੇ, ਅਤੇ ਜੇ ਕੰਟਰੈਕਟ ਪੂਰਾ ਨਹੀਂ ਹੋਇਆ ਤਾਂ ਫਿਰ ਆਪਾਂ ਵਰਕ ਇਨ ਪ੍ਰੋਗਰੈਸ ਲਿਖ ਦਈਦਾ। ਤਾਂ ਉਹਦੇ ਵਿੱਚ ਵੀ ਦੋ ਤਰੀਕੇ ਦਾ ਕੰਮ ਹੁੰਦਾ, ਇੱਕ ਵਰਕ ਸਰਟੀਫਾਈਡ, ਇੱਕ ਵਰਕ ਅਨਸਰਟੀਫਾਈਡ। ਵਰਕ ਸਰਟੀਫਾਈਡ ਦਾ ਮਤਲਬ ਹੁੰਦਾ ਵਾ ਵੀ ਵੇਖੋ ਜਿਹਦਾ ਗੌਰਮੈਂਟ, ਮੰਨ ਲਓ ਗੌਰਮੈਂਟ ਸਾਨੂੰ ਕੰਟਰੈਕਟ ਦਿੱਤਾ, ਗੌਰਮੈਂਟ ਨੇ ਰੋਡ ਬਣਦੀ ਵੇਖੀ, ਅਤੇ ਗੌਰਮੈਂਟ ਨੇ ਪੈਸਾ ਸਾਨੂੰ ਤਾਂ ਹੀ ਦੇਣਾ ਜੇ ਗੌਰਮੈਂਟ ਨੇ ਵੇਖਿਆ ਵੀ ਵਾਕਈ ਕੰਮ ਹੋਇਆ ਕਿ ਨਹੀਂ ਹੋਇਆ। ਇਸ ਲਈ ਉਹ ਆਪਣਾ ਇੱਕ ਇੰਜੀਨੀਅਰ ਭੇਜਦੇ ਆ, ਇੰਜੀਨੀਅਰ ਆ ਕੇ ਵਰਕ ਨੂੰ ਸਰਟੀਫਾਈਡ ਕਰਦਾ ਵੀ ਕਿੰਨਾ ਵਰਕ ਸਰਟੀਫਾਈਡ ਹੋਇਆ, ਕਿੰਨਾ ਵਰਕ ਹੋ ਚੁੱਕਾ। ਉਸ ਅਕੋਰਡਿੰਗ ਫਿਰ ਸਾਨੂੰ ਕੀ ਮਿਲਦੀ ਆ? ਚੈੱਕ ਵਗੈਰਾ ਜਾਂ ਜੋ ਵੀ ਕੰਟਰੈਕਟ ਦੀ ਪ੍ਰਾਈਸ ਦਿੱਤੀ ਜਾਂਦੀ ਆ। ਪਰ ਵੇਖੋ, ਮੰਨ ਲਓ 11ਵੇਂ ਮਹੀਨੇ 'ਚ ਇੱਕ 12 ਆਪਾਂ ਕੈਲੰਡਰ ਈਅਰ ਲੈ ਕੇ ਚੱਲਦੇ ਪਏ, ਜਨਵਰੀ ਤੋਂ ਸਾਲ ਸ਼ੁਰੂ ਹੋਇਆ, 12ਵੇਂ ਮਹੀਨੇ ਖਤਮ ਹੋਣਾ। ਫੋਰ ਐਗਜ਼ਾਮਪਲ ਜਿਹੜਾ ਇੰਜੀਨੀਅਰ ਆਇਆ ਉਹ 11ਵੇਂ ਮਹੀਨੇ 'ਚ ਆਇਆ। ਹੁਣ 11ਵੇਂ ਮਹੀਨੇ 'ਚ ਉਹਨੇ ਵਰਕ ਸਰਟੀਫਾਈਡ ਕਰ ਦਿੱਤਾ ਵੀ 40% ਕੰਮ ਹੋ ਗਿਆ ਜੀ ਪੂਰਾ, 40% ਕੰਮ ਕੰਪਲੀਟ ਹੋ ਗਿਆ। ਉਹਨੇ ਕਿਹਾ 40% ਕੰਮ ਕੰਪਲੀਟ ਹੋ ਗਿਆ। ਅੱਛਾ, ਉਹਦੇ ਜਾਣ ਤੋਂ ਬਾਅਦ ਵੀ ਅਸੀਂ 15% ਕੰਮ ਕੰਪਲੀਟ ਕਰਤਾ ਇੱਕ ਮਹੀਨੇ 'ਚ ਹੀ। ਇੱਕ ਮਹੀਨੇ 'ਚ ਅਸੀਂ 15% ਕੰਮ ਕੰਪਲੀਟ ਕਰ ਦਿੱਤਾ। ਪਰ ਉਹ ਕੰਮ ਜਿੰਚਰ ਉਹ ਤਾਂ ਹੁਣ ਚੱਲ ਗਿਆ, ਗੌਰਮੈਂਟ ਦਾ ਜਿਹੜਾ ਇੰਜੀਨੀਅਰ ਆਇਆ ਸੀ ਉਹ ਤਾਂ ਚੱਲ ਗਿਆ ਕੰਮ ਸਰਟੀਫਾਈਡ ਕਰਕੇ। ਉਸ ਦੇ ਜਾਣ ਤੋਂ ਪਹਿਲਾਂ, ਉਸ ਦੇ ਜਾਣ ਤੋਂ ਬਾਅਦ ਅਤੇ ਸਾਲ ਖਤਮ ਹੋਣ ਤੋਂ ਪਹਿਲਾਂ ਜਿਹੜਾ ਕੰਮ ਖਤਮ ਕਰ ਦਿੱਤਾ ਜਾਂਦਾ, ਪਰ ਉਹਨੂੰ ਸਰਟੀਫਾਈਡ ਨਹੀਂ ਕੀਤਾ ਜਾਂਦਾ ਬਾਏ ਦਾ ਇੰਜੀਨੀਅਰ, ਉਸ ਨੂੰ ਆਪਾਂ ਕਿਹੜਾ ਬੋਲਦੇ ਹਾਂ? ਵਰਕ ਕਾਸਟ ਆਫ ਅਨਸਰਟੀਫਾਈਡ ਵਰਕ। ਜਿਹੜਾ ਕੰਮ ਤਾਂ ਆਪਾਂ ਕਰ ਚੁੱਕੇ ਹਾਂ ਪਰ ਅਜੇ ਤੱਕ ਸਰਟੀਫਾਈਡ ਨਹੀਂ ਹੈ, ਉਸ ਨੂੰ ਉਹ ਹੀ ਬੋਲਦੇ ਆ। ਜਿਹੜਾ ਕੰਮ ਸਰਟੀਫਾਈਡ ਕਰ ਦਿੱਤਾ ਵਾ
ਕੰਟਰੈਕਟੀ ਦੇ ਇੰਜੀਨੀਅਰ ਨੇ ਆ ਕੇ, ਕੰਟਰੈਕਟੀ ਕੋਈ ਵੀ ਹੋ ਸਕਦਾ, ਗੌਰਮੈਂਟ ਹੋ ਸਕਦੀ, ਕੋਈ ਹੋਰ ਪਰਸਨ ਵੀ ਹੋ ਸਕਦਾ, ਉਹਦੇ ਕੰਮ ਇੰਜੀਨੀਅਰ ਨੇ ਆ ਕੇ ਜਿਹੜਾ ਕੰਮ ਸਰਟੀਫਾਈਡ ਕਰ ਦਿੱਤਾ, ਉਹਨੂੰ ਆਪਾਂ ਵਰਕ ਸਰਟੀਫਾਈਡ ਬੋਲਦੇ ਹਾਂ। ਜੇ ਕੰਮ ਕੰਟਰੈਕਟ ਪੂਰਾ ਨਾ ਹੋਵੇ, ਇਨਕੰਪਲੀਟ ਕੰਟਰੈਕਟ ਦੇ ਵਿੱਚ, ਜੇ ਕੰਪਲੀਟ ਕੰਟਰੈਕਟ ਆ ਫਿਰ ਉਹਦੇ ਸਿੱਧਾ ਕੰਟਰੈਕਟ ਪ੍ਰਾਈਸ ਲਿਖ ਦਈਦਾ, ਸਮਝ ਗਏ। ਅੱਛਾ, ਇਹਦੇ ਵਿੱਚ ਸਭ ਤੋਂ ਮੇਨ ਖਰਚਾ ਜਿਹੜਾ ਕੀ ਹੁੰਦਾ ਵਾ ਕੰਟਰੈਕਟ ਦੇ ਵਿੱਚ, ਮਟੀਰੀਅਲ, ਠੀਕ ਹੈ ਨਾ। ਮਟੀਰੀਅਲ ਡਾਇਰੈਕਟ ਪਰਚੇਜਸ ਹੁੰਦਾ ਵਾ, ਜਾਂ ਸਟੋਰ ਤੋਂ ਇਸ਼ੂ ਵੀ ਹੋ ਸਕਦਾ, ਜਾਂ ਫਿਰ ਕਿਸੇ ਦੂਜੇ ਕੰਟਰੈਕਟ ਤੋਂ ਵੀ ਆਇਆ ਹੋ ਸਕਦਾ। ਜਿੱਦਾਂ ਮੈਂ ਅਸੀਂ ਇੱਕ ਤੋਂ ਵੱਧ ਕੰਟਰੈਕਟ ਪਰਫੋਰਮ ਕਰਦੇ ਪਏ ਹਾਂ, ਸੜਕੀ ਬਣਾਉਂਦੇ ਪਏ ਹਾਂ, ਇੱਕ ਮੇਰੀ ਤਾਂ ਚੋਲਾ ਸਾਹਿਬ 'ਚ ਬਣਦੀ ਪਈ ਹੈ, ਇੱਕ ਸੜਕ ਇੱਧਰ ਤਰਨਤਾਰਨ ਬਣਦੀ ਪਈ ਹੈ, ਤਰਨਤਾਰਨ ਤੋਂ ਸਮਾਨ ਵਧਿਆ ਉਹ ਚੋਲਾ ਸਾਹਿਬ ਵਾਲੇ ਕੰਟਰੈਕਟ 'ਚ ਟਰਾਂਸਫਰ ਕਰ ਦਿੱਤਾ, ਹੈਗਾ ਤਾਂ ਖਰਚਾ ਹੀ ਆ। ਉਹ ਤਰਨਤਾਰਨ ਵਾਲੇ ਕੰਟਰੈਕਟ ਅਕਾਊਂਟ ਦੇ ਵਿੱਚ ਆਪਾਂ ਕੀ ਕਰ ਦਾਂਗੇ, ਕ੍ਰੈਡਿਟ ਕਰ ਦਾਂਗੇ, ਅਤੇ ਚੋਲਾ ਸਾਹਿਬ ਵਾਲੇ ਕੰਟਰੈਕਟ ਅਕਾਊਂਟ ਵਿੱਚ ਡੈਬਿਟ ਕਰ ਦਾਂਗੇ। ਟਰਾਂਸਫਰ ਫਰੋਮ ਅਦਰ ਕੰਟਰੈਕਟ ਅਤੇ ਇੱਧਰ ਟਰਾਂਸਫਰ ਟੂ ਦਾ ਅਦਰ ਕੰਟਰੈਕਟ। ਇਹ ਨਾ ਜੇ ਪਰਫੋਰਮ ਹੁੰਦਾ ਨਾ, ਇਹ ਐਜ਼ ਏ ਹੋਲ ਸਾਰੇ ਕੰਪਲੀਟ ਬਣਾਇਆ ਹੁੰਦਾ ਇਹਦੇ ਵਿੱਚ, ਠੀਕ ਹੈ ਨਾ। ਸੋ ਵੇਜਸ ਹੋ ਗਈਆਂ, ਵੇਜਸ ਵੀ ਇਹਦੇ ਵਿੱਚ ਮੇਨ ਖਰਚਾ ਹੁੰਦਾ ਵਾ, ਜਿਹੜੀ ਲੇਬਰ ਲੱਗੀ ਨਹੀਂ ਸਾਡੇ। ਪਲਾਂਟ, ਜਿਵੇਂ ਤੁਸੀਂ ਤੁਹਾਨੂੰ ਪਤਾ ਆਪਣੀ ਮੇਨ ਸੜਕ ਵੱਡੀ ਬਣਦੀ ਰਹੀ ਨਾ, ਅਤੇ ਉਹਦੇ 'ਚ ਪਲਾਂਟ ਨਹੀਂ ਲੱਗਾ, ਆਪਣੇ ਠੱਠੀਆਂ ਲਾਗੇ ਪਲਾਂਟ ਲੱਗਾ ਸੀ, ਜਿੱਦੋਂ ਸਾਰੀ ਉਹ ਮਸ਼ੀਨ ਰੇਤਾ ਬਜਰੀ ਵਗੈਰਾ ਬਣਾ ਕੇ ਮਿਕਸ ਕਰਕੇ ਸੜਕ ਬਣਾਉਂਦੇ ਪਏ ਸੀ। ਉਹ ਵੀ ਇੱਕ ਮੇਨ ਖਰਚਾ ਹੁੰਦਾ ਕੰਟਰੈਕਟ ਦਾ। ਹਰੇਕ ਕੰਟਰੈਕਟ ਵਾਸਤੇ ਪਲਾਂਟ ਵੱਖਰਾ ਸਟੈਬਲਿਸ਼ ਕਰਨਾ ਪੈਂਦਾ, ਕਿਉਂ ਤਾਂ ਜੋ ਸਾਈਡ ਦੇ ਲਾਗੇ ਕੰਮ ਈਜ਼ੀ ਤਰੀਕੇ ਨਾਲ ਹੋ ਸਕੇ। ਜੇ ਮੰਨ ਲਓ ਸਾਡਾ ਬੰਬੇ ਦੇ ਅਸੀਂ ਬਿਜ਼ਨਸ ਸਾਡਾ, ਅਸੀਂ ਬੰਬੇ ਤੋਂ ਥੋੜ੍ਹੀ ਲੈ ਕੇ ਆਵਾਂਗੇ ਸਮਾਨ, ਅਸੀਂ ਉਹਦੇ ਲਾਗੇ ਇੱਕ ਜਗ੍ਹਾ ਲੈ ਕੇ ਉੱਥੇ ਪਲਾਂਟ ਸੈਟਅਪ ਕਰਾਂਗੇ ਤਾਂ ਜੋ ਸਾਡਾ ਕੰਮ ਈਜ਼ੀ ਤਰੀਕੇ ਨਾਲ ਚੱਲਦਾ ਜਾਵੇ। ਅਤੇ ਉਹ ਡਾਇਰੈਕਟ ਐਕਸਪੈਂਸਿਸ ਹੋਰ ਕੰਟਰੈਕਟ ਨੂੰ ਪੂਰਾ ਕਰਨ ਵਾਸਤੇ, ਜਿਵੇਂ ਕਿ ਡਾਇਰੈਕਟ ਐਕਸਪੈਂਸਿਸ ਕਿਵੇਂ ਹੋ ਸਕਦੇ ਆ, ਜਿਵੇਂ ਕਿ ਖਰਚਾ ਹੋ ਗਿਆ ਮਸ਼ੀਨਾਂ ਨੂੰ ਲਿਆਉਣ ਦਾ ਖਰਚਾ, ਮਸ਼ੀਨ ਚਲਾਉਣ ਦਾ ਖਰਚਾ, ਠੀਕ ਹੈ ਨਾ। ਹੋਰ ਖਰਚੇ ਹੋ ਸਕਦੇ ਆ ਜਿਹੜੇ ਡਾਇਰੈਕਟ ਸੜਕ ਨੂੰ ਬਣਾਉਣ 'ਚ, ਮਤਲਬ ਸੜਕ ਹੀ ਆਪਾਂ ਮੰਨ ਕੇ ਚੱਲ ਰਹੇ ਹਾਂ ਵੀ ਸੜਕ ਦਾ ਕੰਟਰੈਕਟ ਲਿਆ, ਸੜਕ ਵਿੱਚ ਡਾਇਰੈਕਟ ਐਕਸਪੈਂਸਿਸ ਕਿਵੇਂ ਹੋ ਗਏ, ਜਿਵੇਂ ਕਿ ਉਹਦੇ ਵਿੱਚ ਆਪਾਂ ਵਾਰਡ ਲਾਉਣੀ ਆ, ਡਿਵਾਈਡ ਕਰਨਾ, 1 ਵੇ ਬਣਾਉਣਾ, ਉਹਦੇ ਵਾਸਤੇ ਉਹ ਖਰਚਾ ਹੋ ਗਿਆ, ਹੈ ਨਾ। ਇਹੋ ਜਿਹੇ ਖਰਚੇ ਹੋ ਗਏ ਜਿਹੜੇ ਜ਼ਰੂਰੀ ਆ ਕਰਨੇ, ਅਤੇ ਜਿਹੜੇ ਸਿੱਧੇ ਪ੍ਰੋਡਕਟ ਨਾਲ ਰਿਲੇਟਡ ਹੈਗੇ ਆ ਉਹਨਾਂ ਨੂੰ ਆਪਾਂ ਡਾਇਰੈਕਟ ਐਕਸਪੈਂਸਿਸ ਬੋਲ ਦਿੰਦੇ ਹਾਂ, ਠੀਕ ਹੈ ਨਾ। ਸੋ ਇਸ ਤਰੀਕੇ ਦੇ ਨਾਲ ਹੈਗੇ ਪਲਾਂਟ ਦਾ ਖਰਚਾ ਹੋ ਗਿਆ, ਅਤੇ ਜਨਰਲ ਪਲਾਂਟ ਹੋ ਗਿਆ। ਪਲਾਂਟ ਦੋ ਤਰੀਕੇ ਦੇ ਹੁੰਦੇ ਆ, ਇੱਕ ਸਪੈਸ਼ਲ ਪਲਾਂਟ ਹੁੰਦਾ ਵਾ ਜਿਹੜਾ ਆਪਾਂ ਖਾਸ ਕਿਸੇ ਕੰਮ ਲਈ ਬਣਾਇਆ ਹੁੰਦਾ, ਉਹਦਾ ਸਾਰਾ ਖਰਚਾ ਉਸ ਕੰਟਰੈਕਟ ਨੂੰ ਪਾ ਦਿੱਤਾ। ਜਨਰਲ ਪਲਾਂਟ ਵਿੱਚ ਕੀ ਹੁੰਦਾ ਵਾ ਵੀ ਆਪਾਂ ਇੱਕ ਤੋਂ ਵੱਧ ਕੰਟਰੈਕਟ ਵਾਸਤੇ ਉਹ ਪਲਾਂਟ ਨੂੰ ਯੂਜ਼ ਕੀਤਾ, ਅਤੇ ਫਿਰ ਆਪਾਂ ਉਹਦੇ ਪ੍ਰਪੋਰਸ਼ਨੇਟਲੀ ਉਹ ਖਰਚੇ ਨੂੰ ਡਿਸਟਰੀਬਿਊਟ ਕਰ ਦਾਂਗੇ, ਠੀਕ ਹੈ ਨਾ, ਉਸ ਪਲਾਂਟ ਦੇ ਖਰਚੇ ਨੂੰ। ਜਿਵੇਂ ਕਿ ਇੱਕ ਪਲਾਂਟ ਆਪਾਂ ਇੱਕ ਸੜਕ ਵਾਸਤੇ 6 ਮਹੀਨੇ ਵਰਤਿਆ, ਦੂਜੀ ਸੜਕ ਵਾਸਤੇ ਆਪਾਂ 3 ਮਹੀਨੇ ਵਰਤਿਆ, ਅਤੇ ਆਪਾਂ ਉਹਦੀ 60:3 ਦੀ ਰੇਸ਼ੋ 'ਚ ਜਿੰਨੀ ਵੀ ਕਾਸਟ ਹੈਗੀ ਆਪਾਂ ਉਹਨੂੰ ਡਿਸਟਰੀਬਿਊਟ ਕਰ ਦਾਂਗੇ, ਕਿਉਂਕਿ ਉਹ ਪਲਾਂਟ 9 ਮਹੀਨੇ 'ਚ ਖਤਮ ਹੋ ਗਿਆ, ਪਰ ਉਹ 2 ਕੰਟਰੈਕਟ ਵਾਸਤੇ ਬਣਾਇਆ ਹੈ। ਜਿਹਦੇ ਵਾਸਤੇ ਜਿੰਨੇ ਮਹੀਨੇ ਵਰਤਿਆ ਉਹਨੂੰ ਉਨੀ ਕਾਸਟ ਪਾ ਦਿੱਤੀ, ਜਿਹਦੇ ਵਿੱਚ ਘੱਟ ਮਹੀਨੇ ਦੀ ਯੂਜ਼ ਕੀਤਾ ਉਹਨੂੰ ਉੱਥੇ ਘੱਟ ਪਾ ਦਿੱਤੀ। ਕੁਐਸਚਨ ਵੀ ਇਹਦੇ 'ਚ ਹੈਗਾ, ਤੁਸੀਂ ਵੇਖ ਸਕਦੇ ਹੋ, ਬੜੇ ਈਜ਼ੀ ਤਰੀਕੇ ਨਾਲ ਲਿਖਿਆ। ਕਾਸਟ ਆਫ ਪ੍ਰਾਈਸ ਆਫ ਪਲਾਂਟ 5200 ਹੈਗੀ, ਸਕ੍ਰੈਪ ਵੈਲਿਊ ਦੀ 2000 ਹੀ। ਸਕ੍ਰੈਪ ਵੈਲਿਊ ਹਮੇਸ਼ਾ ਤੁਹਾਨੂੰ ਪਤਾ ਮਾਈਨਸ ਕਰਦੇ ਸੀ, ਕਿਉਂਕਿ ਪਲਾਂਟ ਭਾਵੇਂ 0 ਵੀ ਹੋ ਜਾਏ ਇਹ ਚੀਜ਼ ਤਾਂ ਸਾਨੂੰ ਮਿਲਣੀ ਹੈ। ਸਿਰਫ 50,000 ਪਲਾਂਟ ਦੀ ਕਾਸਟ ਹੈਗੀ ਸੀ। ਕਿੰਨੇ ਸਾਲਾਂ 'ਚ ਯੂਜ਼ ਕਰਨੀ? 5 ਸਾਲਾਂ 'ਚ। ਕਿੰਨੇ ਦਿਨ ਬਣਦੇ ਆ ਜੀ? 1825 ਦਿਨ ਬਣਦੇ ਆ। ਤਾਂ ਇੱਕ ਦਿਨ ਦੀ ਜਿੰਨੀ ਬਣੂਗੀ ਉਹਨੂੰ ਆਪਾਂ ਇੱਕ ਪਲਾਂਟ ਵਿੱਚ 73 ਦਿਨ ਲਈ ਵਰਤਿਆ। ਇੱਕ ਪਲਾਂਟ ਆਪਾਂ ਕੰਟਰੈਕਟ 73 ਦਿਨ ਲਈ ਪਰਫੋਰਮ ਕੀਤਾ, ਅਤੇ ਉਹਦੇ ਵਿੱਚ ਜਿਹੜਾ ਪਲਾਂਟ ਯੂਜ਼ ਕੀਤਾ ਨਾ ਉਹਦੀ ਲਾਈਫ 5 ਸਾਲ ਹੈਗੀ ਸੀ। ਇਸ ਲਈ ਉਹਦੀ ਇੱਕ ਦਿਨ ਦੀ ਕਾਸਟ ਬਣਦੀ ਹੈ, ਉਹ ਕੱਢਣ ਤੋਂ ਬਾਅਦ ਡਿਵਾਈਡ ਬਾਈ 1825 ਇੱਕ ਦਿਨ ਦੀ ਆ ਜੂਗੀ, ਉਹਨੂੰ ਮਲਟੀਪਲਾਈ ਕਰ ਦਾਂਗੇ 73 ਦਿਨ ਨਾਲ, ਅਤੇ ਇਸ ਕੰਟਰੈਕਟ ਵਿੱਚ 2000 ਰੁਪਏ ਦਾ ਯੂਜ਼ ਕੀਤਾ। ਕਿੰਨੇ ਦਾ ਕੀਤਾ ਵਾ? 2000 ਦਾ। ਇਸ ਲਈ ਇਸ ਸਾਈਡ 'ਤੇ ਅਸੀਂ ਪਲਾਂਟ ਦੀ ਵੈਲਿਊ ਕਿੰਨੀ ਪਾ ਦਾਂਗੇ? ਇੱਥੇ ਪਾ ਦਾਂਗੇ ਪਲਾਂਟ ਦੀ ਵੈਲਿਊ 2000 ਰੁਪਈਆ ਜਨਰਲ ਦੀ ਡੈਪਰੀਸੀਏਸ਼ਨ ਜਿਹੜੀ ਬਣਦੀ ਹੈ, ਜਿੰਨੇ ਦਿਨਾਂ ਲਈ ਆਪਾਂ ਯੂਜ਼ ਕੀਤਾ। ਸਪੈਸ਼ਲ ਪਲਾਂਟ ਜਿਹੜਾ ਹੁੰਦਾ ਵਾ ਸਪੈਸ਼ਲ ਇਸੇ ਕੰਟਰੈਕਟ ਲਈ ਬਣਾਇਆ, ਉਹਦੇ ਸਾਰੀ ਵੈਲਿਊ ਆਪਾਂ ਇੱਥੇ ਪਾ ਦੇਣੀ। ਸੋ ਇਸ ਤਰੀਕੇ ਦਾ ਨਾਲ ਹੋ ਗਿਆ ਆਪਣਾ। ਅੱਛਾ ਜੀ, ਉਸ ਤੋਂ ਬਾਅਦ ਸਾਡਾ ਹੈਗਾ ਜੀ ਡਾਇਰੈਕਟ ਐਕਸਪੈਂਸ। ਡਾਇਰੈਕਟ ਐਕਸਪੈਂਸਿਸ ਹੁੰਦੇ ਆ ਆਲ ਐਕਸਪੈਂਸਿਸ ਜਿਹੜੇ ਹੁੰਦੇ ਆ ਵਿਚ ਹੈ ਬੀਨ ਇੰਕਰ ਸਪੈਸੀਫਿਕਲੀ ਪਰਟੀਕੂਲਰ ਕੰਟਰੈਕਟ ਵਾਸਤੇ, ਸਿੱਧੇ ਕੰਟਰੈਕਟ ਵਿੱਚ ਯੂਜ਼ ਹੋ ਰਹੇ ਖਰਚੇ, ਜਿਵੇਂ ਕਿ ਹਾਇਰ ਚਾਰਜਸ ਆਫ ਸਪੈਸ਼ਲ ਪਲਾਂਟ। ਅਸੀਂ ਖੁਦ ਪਲਾਂਟ ਨਹੀਂ ਬਣਾਇਆ, ਪਰ ਇਸ ਪਲਾਂਟ ਨੂੰ ਅਸੀਂ ਯੂਜ਼ ਕਰਦੇ ਪਏ ਹਾਂ ਆਪਣੇ ਕੰਟਰੈਕਟ ਵਿੱਚ। ਅਸੀਂ ਕਿਸੇ ਦਾ ਪਲਾਂਟ ਯੂਜ਼ ਕਰਦੇ ਪਏ, ਅਸੀਂ ਕਿਰਾਏ 'ਤੇ ਲੈ ਲਿਆ ਕਿਸੇ ਦੀ ਜਗ੍ਹਾ, ਅਸੀਂ ਕਿਸੇ ਦੀ ਜਗ੍ਹਾ ਕਿਰਾਏ 'ਤੇ ਲੈ ਲਈ। ਜਿੱਦਾਂ ਕਿ ਹੁਣ ਤੁਸੀਂ ਸੜਕ ਹੀ ਵੇਖੀ, ਜਦੋਂ ਪਿੱਦੀ ਲਾਗੇ ਨਾ ਪਲਾਂਟ ਲਾਇਆ ਸੀ, ਤਾਂ ਕਦੇ ਜਗ੍ਹਾ ਉਹਨਾਂ ਦੀ ਆਪਣੀ ਥੋੜ੍ਹੀ, ਉਹ ਜਿਹੜੇ ਲਾਗੇ ਕਿਸਾਨ ਹੈਗੇ ਉਹਨਾਂ ਦੀ ਜਗ੍ਹਾ ਉਹਨਾਂ ਨੇ ਕਿਰਾਏ 'ਤੇ ਲਈ ਸੀ, ਠੀਕ ਹੈ ਨਾ। ਉਹਨਾਂ ਨੂੰ ਉਸ ਚੀਜ਼ ਦਾ ਕੀ ਦਿੱਤਾ ਨਾ, ਕਿਰਾਇਆ ਦਿੱਤਾ, ਹਾਇਰ ਦਿੱਤੀ ਹੈ, ਠੀਕ ਹੈ। ਅਤੇ ਇਸ ਨੂੰ ਆਪਾਂ ਕੀ ਬੋਲਾਂਗੇ, ਕਿਹੜਾ ਖਰਚਾ ਕੀਤਾ ਵਾ? ਸੜਕ ਬਣਾਉਣ ਵਾਸਤੇ ਡਾਇਰੈਕਟ ਖਰਚਾ ਨਾ, ਕਿਉਂਕਿ ਇੱਥੋਂ ਸਾਰਾ ਸਮਾਨ ਬਣ ਕੇ ਸੜਕ ਬਣਦੀ ਸੀ। ਤੋ ਇਸ ਤਰੀਕੇ ਨਾਲ ਉਸ ਨੂੰ ਆਪਾਂ ਕੀ ਬੋਲਾਂਗੇ? ਡਾਇਰੈਕਟ ਐਕਸਪੈਂਸਿਸ ਬੋਲਾਂਗੇ। ਇਨਡਾਇਰੈਕਟ ਐਕਸਪੈਂਸਿਸ ਕਿਹੜੇ ਹੁੰਦੇ ਆ? ਜਿਹੜੇ ਬਾਹੂ ਮੰਨ ਲਓ ਵੀ ਸਿੱਧੇ ਤੇ ਸੜਕ 'ਚ ਯੂਜ਼ ਨਹੀਂ ਹੁੰਦੇ ਪਏ, ਪਰ ਇਨਡਾਇਰੈਕਟਲੀ ਉਹ
ਯੂਜ਼ ਹੋ ਰਿਹਾ, ਜਿਵੇਂ ਕਿ ਬੰਬੇ 'ਚ ਬੈਠੇ ਸਾਡੇ ਜਿਹੜੇ ਇੰਜੀਨੀਅਰ ਹੈਗੇ ਆ, ਜਿਹੜੇ ਸਾਰੇ ਪਲਾਨ ਕਰ ਰਹੇ ਆ ਵੀ ਕਿਵੇਂ ਕਿਵੇਂ ਚੀਜ਼ਾਂ ਹੋਣੀਆਂ, ਸੋ ਉਹਨਾਂ ਦੀ ਸੈਲਰੀ ਵਗੈਰਾ ਹੋ ਗਈ। ਹਾਲਾਂਕਿ ਉਹ ਸਿੱਧਾ ਆ ਕੇ ਇੱਥੇ ਕੰਮ ਨਹੀਂ ਕਰ ਰਹੇ ਪਲਾਂਟ 'ਤੇ, ਪਰ ਉਹਨਾਂ ਦੀਆਂ ਸੈਲਰੀਜ਼, ਮੈਨੇਜਰਸ ਦੀ ਸੈਲਰੀਜ਼ ਵਗੈਰਾ ਵਗੈਰਾ, ਇਹ ਸਾਰੇ ਇੰਡਾਇਰੈਕਟ ਐਕਸਪੈਂਸਿਸ ਹੁੰਦੇ ਆ। ਕੰਟਰੈਕਟ ਆਫ ਸਬ ਕੰਟਰੈਕਟਰ ਕੀ ਹੁੰਦਾ ਵਾ ਵੀ ਮੰਨ ਲਓ ਕਿ ਚੀਜ਼ ਬੜੀ ਤਗੜੀ ਹੁੰਦੀ ਆ, ਬਹੁਤ ਜ਼ਿਆਦਾ ਮਹਿੰਗੀ, ਮਤਲਬ ਕਿ ਵੱਡੀ ਕੰਮ ਹੁੰਦਾ, ਅਸੀਂ ਇਕੱਲੇ ਨਹੀਂ ਹੈਂਡਲ ਕਰ ਸਕਦੇ, ਅਸੀਂ ਉਸ ਕੰਟਰੈਕਟ ਨੂੰ ਗਾਂਹ ਕਿਸੇ ਹੋਰ ਨੂੰ ਕੰਟਰੈਕਟ ਦੇ ਦਿੰਦੇ ਹਾਂ, ਠੀਕ ਹੈ ਨਾ। ਤਾਂ ਉਹ ਬੰਦਾ ਵੀ ਸਾਡੇ ਵਾਸਤੇ ਕੰਮ ਕਰਦਾ ਵਾ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਸਬ ਕੰਟਰੈਕਟ। ਅਤੇ ਉਹਦੇ ਖਰਚੇ ਵੀ ਤਾਂ ਸਾਨੂੰ ਪੈਣੇ ਆ, ਅਤੇ ਉਹ ਹਾਂ ਨੋ ਡਾਊਟ ਅਸੀਂ ਪ੍ਰਾਈਸ ਅਸੀਂ ਲਵਾਂਗੇ, ਸਬ ਕੰਟਰੈਕਟਰ ਨੂੰ ਵੀ ਅਸੀਂ ਪ੍ਰਾਈਸ ਪੇ ਕਰਨਾ ਵਾ, ਤਾਂ ਉਸ ਸਬ ਕੰਟਰੈਕਟਰ ਨੂੰ ਜਿਹੜਾ ਪ੍ਰਾਈਸ ਪੇ ਕਰਾਂਗੇ, ਸਾਡਾ ਕੀ ਹੋਗਾ, ਖਰਚਾ ਹੋ ਗਿਆ। ਅਸੀਂ ਸਬ ਕੰਟਰੈਕਟਰ ਦੇ ਖਰਚੇ। ਕਾਸਟ ਆਫ ਐਕਸਟਰਾ ਵਰਕ ਕੀ ਹੁੰਦਾ, ਵੇਖੋ ਕਾਸਟ ਆਫ ਐਕਸਟਰਾ ਵਰਕ ਇਨ ਦਾ ਸੈਂਸ ਵੀ ਮੰਨ ਲਓ ਵੀ ਮੈਂ ਸੜਕ ਬਣਾਉਂਦਾ ਮੈਂ ਇੱਕ ਬ੍ਰਿਜ ਬਣਾਉਣ ਦਿਆਂ, ਅਤੇ ਬ੍ਰਿਜ ਜਿੱਦਾਂ ਹਰੀਕੇ ਵਾਲਾ ਬ੍ਰਿਜ, ਮੰਨ ਲਓ ਹਰੀਕੇ ਵਾਲਾ ਬ੍ਰਿਜ ਆਪਾਂ ਆਵਾਜਾਈ ਤਾਂ ਰੋਕ ਨਹੀਂ ਨਾ ਸਕਦੇ, ਇਹ ਥੋੜ੍ਹੀ ਬ੍ਰਿਜ ਢਾਹ ਕੇ ਨਵਾਂ ਬ੍ਰਿਜ ਬਣਾਉਣਾ ਸ਼ੁਰੂ ਹੈ, ਸਾਨੂੰ ਇੱਕ ਟੈਂਪਰੇਰੀ ਨਾਲ ਬ੍ਰਿਜ ਬਣਾਉਣਾ ਪਿਆ, ਜਿੱਥੋਂ ਲੋਕ ਆਉਣ ਜਾਣ ਸੌਖਾ ਰਹੇ, 2-4 ਮਹੀਨੇ ਜਾਂ 5 ਮਹੀਨੇ ਲੋਕ ਉੱਥੇ ਲੰਘ ਸਕਣ, ਇੰਨੇ ਚਿਰ ਨੂੰ ਅਸੀਂ ਦੂਜਾ ਬ੍ਰਿਜ ਨਵਾਂ ਬਣਾ ਸਕੀਏ, ਜਿਹੜਾ ਅਸੀਂ ਬਣਾਉਣਾ ਵਾ, ਜਿਹੜਾ ਵੀ ਅਸੀਂ ਬ੍ਰਿਜ ਬਣਾਉਣਾ ਵਾ ਰੋਡ ਦੇ ਉੱਪਰ, ਜਾਂ ਜੋ ਵੀ ਨਦੀ ਦੇ ਉੱਪਰ ਜਾਂ ਕੈਨਲ ਦੇ ਉੱਪਰ ਜਾਂ ਦਰਿਆ ਦੇ ਉੱਪਰ ਜਿਹੜਾ ਬ੍ਰਿਜ ਬਣਾਉਣਾ, ਅਸੀਂ ਉਹ ਬਣਾ ਸਕੀਏ। ਹੁਣ ਸਾਨੂੰ ਐਕਸਟਰਾ ਕੰਮ ਕਰਨਾ ਪੈਣਾ, ਕਈ ਵਾਰ ਇੱਕ ਕੰਮ ਨੂੰ ਪਰਫੋਰਮ ਕਰਨ ਵਾਸਤੇ ਸਾਨੂੰ ਕੋਈ ਇੱਕ ਕੰਮ ਨੂੰ ਢੰਗ ਨਾਲ ਕਰਨ ਵਾਸਤੇ ਸਾਨੂੰ ਕੁਛ ਵੱਖਰਾ ਐਕਸਟਰਾ ਖਰਚਾ ਕਰਨਾ ਪੈ ਜਾਂਦਾ, ਜਿਵੇਂ ਕਿ ਸੜਕ ਨਵੀਂ ਹੀ ਕੱਚੀ ਜਗ੍ਹਾ ਸੀ, ਅਤੇ ਸਾਨੂੰ ਉੱਥੇ ਜ਼ਿਆਦਾ ਭਰਤੀ ਪਾਉਣੀ ਪਈ, ਉਹ ਐਕਸਟਰਾ ਕੰਮ ਹੋ ਗਿਆ ਨਾ, ਕਿ ਜਾਂ ਛੇਤੀ ਸਿੱਧੀ ਸੜਕ ਵਿਛਾ ਦੇਣੀ, ਪੰਜਾਬ ਪਹਿਲਾਂ ਉਹਦੇ ਵਾਸਤੇ ਥੱਲੇ ਬੇਸ ਤਿਆਰ ਕਰਨਾ, ਸੋ ਇਹ ਕੁਝ ਕਈ ਵਾਰ ਐਕਸਟਰਾ ਵਰਕ ਜਿਹੜੇ ਕਰਨੇ ਪੈਂਦੇ, ਉਹਨੂੰ ਕਾਸਟ ਆਫ ਐਕਸਟਰਾ ਵਰਕ ਬੋਲਦੇ ਆ। ਅਤੇ ਉਹ ਤੈਨੂੰ ਦੱਸਿਆ ਐਕਸਟਰਾ ਵਰਕ ਜਿਹੜਾ ਹੁੰਦਾ ਵਾ, ਇਹ ਜੇ ਤਾਂ ਬਹੁਤ ਜ਼ਿਆਦਾ ਹੋਵੇ, ਠੀਕ ਹੈ ਨਾ, ਅਤੇ ਫਿਰ ਤਾਂ ਇਹਦਾ ਵੱਖਰਾ ਪ੍ਰਾਈਸ ਚਾਰਜ ਕੀਤਾ ਜਾਂਦਾ ਵਾ, ਪਰ ਜੇਕਰ ਮੰਨ ਲਓ ਵੀ ਕਹਿ ਲਓ ਵੀ ਥੋੜ੍ਹਾ ਬਹੁਤਾ ਹੀ ਹੈ, ਤਾਂ ਫਿਰ ਕੰਟਰੈਕਟ ਦੀ ਪ੍ਰਾਈਸ ਵਿੱਚ ਇਸ ਨੂੰ ਐਡਜਸਟ ਕਰ ਲਿਆ ਜਾਂਦਾ, ਪਰ ਹੈਗੇ ਦੇ ਖਰਚੇ, ਇਸ ਲਈ ਕੰਟਰੈਕਟ ਅਕਾਊਂਟ ਦੀ ਡੈਬਿਟ ਸਾਈਡ 'ਤੇ ਜਿੰਨੇ ਵੀ ਖਰਚੇ ਹੋਣਗੇ ਕੰਟਰੈਕਟ ਅਕਾਊਂਟ ਦੀ ਡੈਬਿਟ ਸਾਈਡ 'ਤੇ ਜਾਣਗੇ। ਉਸ ਤੋਂ ਬਾਅਦ ਕੀ ਹੈਗਾ, ਕੰਟਰੈਕਟ ਪ੍ਰਾਈਸ, ਇਹੀ ਸਭ ਤੋਂ ਮੇਨ ਚੀਜ਼ ਹੁੰਦੀ ਜਿਹੜੀ ਪ੍ਰਾਈਸ ਹੁੰਦੀ ਆ, ਠੀਕ ਹੈ ਨਾ। ਕੰਟਰੈਕਟ ਪ੍ਰਾਈਸ, ਕੰਟਰੈਕਟ ਦੇ ਵਾਸਤੇ ਜੋ ਮਿਲ ਰਿਹਾ ਉਹਨੂੰ ਆਪਾਂ ਕੰਟਰੈਕਟ ਪ੍ਰਾਈਸ ਬੋਲਾਂਗੇ, ਠੀਕ ਆ, ਓਕੇ। ਸੋ ਇਹ ਕੰਟਰੈਕਟ ਅਕਾਊਂਟ ਦੀ ਕਿਸ ਸਾਈਡ 'ਤੇ ਲਿਖਾਂਗੇ, ਕੰਟਰੈਕਟ ਅਕਾਊਂਟ ਦੀ ਕ੍ਰੈਡਿਟ ਸਾਈਡ 'ਤੇ ਲਿਖਾਂਗੇ। ਅਤੇ ਕੰਟਰੈਕਟੀ ਜਿਹੜਾ ਅਸੀਂ ਕੰਟਰੈਕਟੀ, ਜਿਵੇਂ ਮੰਨ ਲਓ ਜਿਸ ਨੇ ਸਾਨੂੰ ਦਿੱਤਾ ਵਾ ਕੰਟਰੈਕਟ ਬ੍ਰਿਜ ਬਣਾਉਣ ਦਾ ਜਾਂ ਸੜਕ ਬਣਾਉਣ ਦਾ, ਉਹਦੇ ਖਾਤੇ ਉਹਦਾ ਅਕਾਊਂਟ ਅਸੀਂ ਪ੍ਰੀਪੇਅਰ ਕਰ ਰਹੇ ਹੋਵਾਂਗੇ। ਮੰਨ ਲਓ ਮੋਹਨ ਨੇ ਸਾਨੂੰ ਕੰਟਰੈਕਟ ਦਿੱਤਾ ਹੈ, ਮੋਹਨਸ ਅਕਾਊਂਟ ਦੇ ਇਹ ਡੈਬਿਟ ਸਾਈਡ 'ਤੇ ਲਿਖਿਆ ਜਾਊਗਾ, ਕਿਉਂਕਿ ਮੋਹਨ ਤੋਂ ਅਸੀਂ ਪੈਸੇ ਲੈਣੇ, ਜਦੋਂ ਪੈਸੇ ਲੈਣੇ ਹੁਣ ਉਹ ਡੈਟ ਹੁੰਦਾ, ਉਹਦੀ ਅਕਾਊਂਟ ਦੀ ਡੈਬਿਟ ਸਾਈਡ 'ਤੇ ਜਾਏਗਾ ਕੰਟਰੈਕਟ ਪ੍ਰਾਈਸ, ਅਤੇ ਕੰਟਰੈਕਟ ਅਕਾਊਂਟ ਦੀ ਕ੍ਰੈਡਿਟ ਸਾਈਡ 'ਤੇ ਜਾਏਗਾ, ਕਿਉਂਕਿ ਕੰਟਰੈਕਟ ਅਕਾਊਂਟ ਇੱਕ ਨੋਮੀਨਲ ਟਾਈਪ ਦਾ ਅਕਾਊਂਟ ਹੈਗਾ, ਅਤੇ ਨੋਮੀਨਲ ਦੇ ਵਿੱਚ ਇਨਕਮ ਨੂੰ ਕੀ ਕਰੀਦਾ, ਕ੍ਰੈਡਿਟ ਕਰੀਦਾ। ਸੋ ਵਰਕ ਨੂੰ ਪ੍ਰੋਗਰੈਸ, ਵਰਕ ਸਰਟੀਫਾਈਡ ਤੁਹਾਨੂੰ ਦੱਸ ਰਹੇ ਹਾਂ, ਜਿਹੜਾ ਕੰਮ ਸਰਟੀਫਾਈਡ ਹੋ ਗਿਆ, ਜਿਹੜਾ ਕੰਮ ਤਾਂ ਅਸੀਂ ਕਰ ਚੁੱਕੇ, ਅਤੇ ਜਿਹੜਾ ਕੰਟਰੈਕਟ ਹੈਗਾ ਵਾ ਉਹਦਾ ਇੰਜੀਨੀਅਰ ਆ ਕੇ ਸਰਟੀਫਾਈਡ ਵੀ ਕਰ ਗਿਆ ਵੀ ਇੰਨਾ ਕੰਮ ਕੰਪਲੀਟ ਆ, ਇਸੇ ਦੇ ਸਾਨੂੰ ਪੈਸੇ ਮਿਲਣੇ ਹੁੰਦੇ ਆ। ਅਤੇ ਜਿਹੜਾ ਕੰਮ ਤਾਂ ਅਸੀਂ ਕਰ ਚੁੱਕੇ ਹਾਂ, ਪਰ ਕੀਤਾ ਇੰਜੀਨੀਅਰ 'ਤੇ ਜਾਣ ਤੋਂ ਬਾਅਦ ਆ, ਕੰਟਰੈਕਟ ਦੇ ਇੰਜੀਨੀਅਰ 'ਤੇ ਜਾਣ ਤੋਂ ਬਾਅਦ ਕੰਮ ਕੀਤਾ, ਪਰ ਕੀਤਾ ਇਸੇ ਸਾਲ ਦੇ ਵਿੱਚ ਹੀ ਆ, ਉਸ ਨੂੰ ਬਾਕੀ ਕੀ ਬੋਲਦੇ ਹਾਂ, ਵਰਕ ਡਨ ਬਟ ਨਾਟ ਸਰਟੀਫਾਈਡ। ਇਸ ਤਰੀਕੇ ਦੇ ਨਾਲ ਰਿਟੈਂਸ਼ਨ ਮਨੀ ਕੀ ਹੁੰਦੀ ਆ ਜੀ, ਰਿਟੈਂਸ਼ਨ ਮਨੀ ਕੀ ਹੁੰਦੀ ਆ ਵੀ ਕੁਛ ਪੈਸਾ ਰੱਖ ਲੈਣਾ। ਕੰਟਰੈਕਟ ਦੇ ਵਿੱਚ ਕੀ ਹੁੰਦਾ ਵਾ ਵੀ ਸਾਰਾ ਪੈਸਾ ਨਹੀਂ ਦਿੱਤਾ ਜਾਂਦਾ, ਜਿਵੇਂ ਸਾਡੇ ਘਰ ਮਿਸਤਰੀ ਲੱਗਾ ਹੋਵੇ ਨਾ, ਆਪਾਂ ਕਹਿੰਦੇ ਹਾਂ ਵੀ ਯਾਰ ਸਾਰੀਆਂ ਦਿਹਾੜੀਆਂ ਨਹੀਂ ਦੇਣੀਆਂ, ਕੁਛ ਪੈਸੇ ਦੇ ਥੱਲੇ ਰੱਖੋ, ਨਹੀਂ ਤਾਂ ਨਹੀਂ ਆਉਣਾ ਨਹੀਂ ਕੰਮ 'ਤੇ। ਸੋ ਕੰਟਰੈਕਟ ਵਿੱਚ ਵੀ ਜਿੰਨਾ ਤੁਸੀਂ ਕੰਮ ਸਰਟੀਫਾਈਡ ਹੋ ਚੁੱਕਾ, ਜਿੰਨਾ ਤੁਸੀਂ ਪੈਸੇ ਕਮਾ ਚੁੱਕੇ ਜੋ, ਉਹਦੇ ਵਿੱਚ ਵੀ ਕੁਛ ਹਿੱਸਾ ਜਿਹੜਾ ਰੱਖਿਆ ਜਾਂਦਾ ਵਾ ਵੀ ਜੋ ਉਹ ਲਾਸਟ ਤੁਹਾਨੂੰ ਪੇ ਕੀਤਾ ਜਾਊਗਾ, ਉਸ ਨੂੰ ਆਪਾਂ ਕੀ ਬੋਲਦੇ ਹਾਂ, ਰਿਟੈਂਸ਼ਨ ਮਨੀ ਬੋਲਦੇ ਹਾਂ। ਕੰਟਰੈਕਟ ਕਾਸਟ ਪਲੱਸ ਕੰਟਰੈਕਟ, ਕਾਸਟ ਪਲੱਸ ਕੰਟਰੈਕਟ ਵਿੱਚ ਕੀ ਹੁੰਦਾ, ਕਾਸਟ ਪਲੱਸ ਕੰਟਰੈਕਟ ਦੇ ਵਿੱਚ ਵੀ ਇਹਦੇ ਵਿੱਚ ਕੀ ਹੁੰਦਾ ਵਾ ਕਿ ਕੰਟਰੈਕਟ ਵਿੱਚ ਵੱਖਰਾ ਕੋਈ ਪ੍ਰਾਈਸ ਨਹੀਂ ਲਿਆ ਜਾਂਦਾ, ਵੀ ਜੋ ਸਾਡੀ ਕਾਸਟ ਆਊਗੀ, ਆਪਾਂ ਕੰਟਰੈਕਟੀ ਨੂੰ ਕਹਿ ਦਿੰਦੇ ਹਾਂ ਵੀ ਜੋ ਸਾਡੀ ਕਾਸਟ ਆਊਗੀ ਉਹਦੇ ਵਿੱਚ ਸਾਡਾ 10% ਪ੍ਰੋਫਿਟ ਹੋਊਗਾ, ਅਸੀਂ ਤਾਂ ਉਹੀ ਲੈਣਾ। ਸਮਾਨ ਤੁਸੀਂ ਦੇ ਦਿਓ, ਗੱਲ ਮਰਜ਼ੀ ਤੁਹਾਡੀ, ਜਿੰਨੇ ਦਾ ਸਮਾਨ ਹੋਊਗਾ ਉਹ 'ਚ 10% ਸਾਡਾ ਪ੍ਰੋਫਿਟ ਹੋਊਗਾ, ਅਸੀਂ ਉਹ ਚਾਰਜ ਲਵਾਂਗੇ। ਜੇ ਸਮਾਨ ਤੁਸੀਂ ਨਹੀਂ ਦੇਣਾ ਤਾਂ ਸਮਾਨ ਅਸੀਂ ਲੈ ਆਵਾਂਗੇ, ਸਮਾਨ ਦੀ ਪੂਰੀ ਕਾਸਟ ਤੁਹਾਨੂੰ ਦੱਸਾਂਗੇ ਕਿੰਨੀ ਆ, ਉਹਦੇ ਵਿੱਚ ਅਸੀਂ ਆਪਣਾ ਪਲੱਸ ਪ੍ਰੋਫਿਟ ਦਾ ਮਾਰਜਨ ਰੱਖਾਂਗੇ, ਉਸ ਨੂੰ ਕੀ ਬੋਲਦੇ, ਕਾਸਟ ਪਲੱਸ ਕੰਟਰੈਕਟ ਬੋਲਦੇ ਹਾਂ। ਐਕਸਕਲੇਸ਼ਨ ਕਲਾਜ਼ ਹੁੰਦਾ, ਉਸ ਤੋਂ ਬਾਅਦ ਪੁਆਇੰਟ ਹੁੰਦਾ ਐਸਕਲੇਸ਼ਨ ਕਲਾਜ਼। ਐਸਕਲੇਸ਼ਨ ਕਲਾਜ਼ ਕੀ ਹੁੰਦਾ ਵਾ, ਮੰਨ ਲਓ ਵੀ ਤੁਹਾਨੂੰ ਪਤਾ ਵਾ ਜਿੱਦਾਂ ਹੁਣ ਕਰੋਨਾ ਆਉਣ ਕਰਕੇ ਮਹਿੰਗਾਈ ਕਿੰਨੀ ਹੋ ਗਈ, ਮਹਿੰਗਾਈ ਵਧਣ ਦੇ ਨਾਲ ਪ੍ਰਾਈਸਿਸ ਵੱਧ ਜਾਂਦੇ ਆ, ਮਹਿੰਗਾਈ ਵਧਣ ਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਜਾਂਦੀ ਹੈ ਨਾ, ਅਤੇ ਰਿਸਕ ਹੋ ਜਾਂਦਾ ਵਾ। ਜਿੱਦਾਂ ਤੁਸੀਂ ਕਈ ਕੰਟਰੈਕਟ ਨੂੰ ਪੂਰਾ ਹੋਣ ਲੱਗਾ 5-5 6 ਸਾਲ ਲੱਗ ਜਾਂਦੇ ਆ, ਅਤੇ 5-6 ਸਾਲਾਂ ਵਿੱਚ ਮਹਿੰਗਾਈ ਡਬਲ ਤੋਂ ਟ੍ਰਿਪਲ ਹੋ ਜਾਂਦੀ ਹੈ। ਇਸ ਵਿੱਚ ਨਾ ਫਿਰ ਕੰਟਰੈਕਟਰ ਅਤੇ ਕੰਟਰੈਕਟੀ ਆਪਸ ਵਿੱਚ ਇੱਕ ਕਲੌਜ਼ ਰੱਖ ਲੈਂਦੇ ਆ ਵੀ ਜੇ ਤਾਂ ਮਹਿੰਗਾਈ ਵਧੀ
ਤੇ ਫਿਰ ਉਸ ਹਿਸਾਬ ਨਾਲ ਕੰਟਰੈਕਟ ਦਾ ਪ੍ਰਾਈਸ ਵੀ ਇੰਕਰੀਜ਼ ਕਰ ਦਿੱਤਾ ਜਾਏਗਾ। ਤੇ ਜੇ ਮਹਿੰਗਾਈ ਘਟੀ ਤੇ ਉਸ ਹਿਸਾਬ ਨਾਲ ਪ੍ਰਾਈਸ ਵੀ ਘਟਾ ਦਿੱਤਾ ਜਾਏਗਾ। ਪਰ ਤੁਹਾਨੂੰ ਪਤਾ ਵਾ ਪ੍ਰਾਈਸ ਕਦੇ ਘਟਦਾ ਨਹੀਂ ਆ, ਇਸ ਲਈ ਉਹ ਹਿਸਾਬ ਨਾਲ ਬਣਾਇਆ ਹੁੰਦਾ। ਸੋ ਬੀਅਰ ਕੀਤਾ ਜਾਂਦਾ ਵਾ। ਜੇਕਰ ਐਡੀਸ਼ਨਲ ਕਾਸਟ ਇੰਕਰ ਹੁੰਦੀ ਆ ਮਹਿੰਗਾਈ ਦਾ ਕਰਕੇ ਜਾਂ ਰਿਸਕ ਵੱਧ ਜਾਂਦਾ ਕਿਸੇ ਥਾਂ ਦੇ ਕਰਕੇ, ਤਾਂ ਫਿਰ ਉਹ ਜਿਹੜਾ ਕੰਟਰੈਕਟਰ ਹੁੰਦਾ ਵਾ ਉਹ ਕੰਟਰੈਕਟਰੀ ਤੋਂ ਵੱਧ ਪੈਸੇ ਚਾਰਜ ਕਰਦਾ। ਇਸ ਨੂੰ ਕੀ ਬੋਲਦਾ ਮੈਂ, ਐਸਕੇਲੇਸ਼ਨ ਕਲੌਜ਼। ਸੋ ਉਸ ਤੋਂ ਬਾਅਦ ਕੀ ਆਉਂਦਾ ਵਾ, ਕੈਲਕੂਲੇਸ਼ਨ ਆਫ ਪ੍ਰੋਫਿਟ ਐਂਡ ਲਾਸ ਔਨ ਦਾ ਕੰਟਰੈਕਟ। ਬਹੁ ਇਹ ਆਪਾਂ ਬਾਅਦ 'ਚ ਪੜਾਂਗੇ। ਫਿਲਹਾਲ ਅੱਜ ਜਿੰਨੀਆਂ ਚੀਜ਼ਾਂ ਪੁਆਇੰਟ ਕਰਵਾਏ ਇਹਨਾਂ ਨੂੰ ਯਾਦ ਰੱਖਿਓ ਤੇ ਸੁਣ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।